हाँ जी, तारे समझ आ गया सी फिर की हुंदे ने तारे ते उन्हां दा विकास बिल्कुल ठीक है। तारे की हुंदे ने जिन्हां दी अपनी कोई ऊर्जा ते अपना एक प्रकाश होवे यानी कि अपनी हीट ते अपनी लाइट होवे उन्हां नूं ही असीं की बोलदे हां तारे यानी कि स्टार्स कहा जांदा है। साडा सब तो नेड़ला तारा किहड़ा है? सूरज। किहड़ा है? सूरज ठीक है। साडा धरती तो सब तो नेड़ला तारा किहड़ा है? सूरज ठीक है। हुण तारे बनदे किद्दां ने? ਆਪਾਂ ਇੱਕ ਵਾਰ ਰਿਵੀਜ਼ਨ ਲੈ ਲਈਏ ਫਟਾਫਟ ਠੀਕ ਹੈ ਚਲੋ ਤਾਂ ਦੇਖ ਲੈਂਦੇ ਆ ਤਾਰੇ ਬਣਦੇ ਕਿੱਦਾਂ ਨੇ ਕੋਈ ਵੀ ਤਾਰਾ ਬਣਨ ਤੋਂ ਪਹਿਲਾਂ ਕੀ ਹੁੰਦਾ ਹੈ ਗੈਸਾਂ ਦਾ ਇੱਕ ਬੱਦਲ ਜਾਂ ਫਿਰ ਗੋਲਾ ਹੁੰਦਾ ਹੈ ਠੀਕ ਹੈ ਜਿਹਦੇ ਕੋਲ ਨਾ ਤਾਂ ਕੋਈ ਊਰਜਾ ਤੇ ਨਾ ਹੀ ਕੋਈ ਪ੍ਰਕਾਸ਼ ਹੁੰਦਾ ਹੈ ਠੀਕ ਹੈ ਹੌਲੀ ਹੌਲੀ ਇਹਨਾਂ ਦੇ ਵਿੱਚ ਕੀ ਹੈ ਗੁਰੂਤਾਕਰਸ਼ਣ ਬਲ ਦੇ ਕਾਰਨ ਇਹਨਾਂ ਦੇ ਵਿੱਚ ਇੱਕ ਜਲਨ ਕਿਰਿਆ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤਾਂ ਇਹ ਗੈਸਾਂ ਦਾ ਗੋਲਾ ਕੀ ਕਹਿਲਾਉਂਦਾ ਹੈ ਨੈਬੂਲਾ ਤਾਂ ਨੈਬੂਲਾ ਦੇ ਵਿੱਚ ਕੀ ਹੈ ਜਲਨ ਕਿਰਿਆ ਸ਼ੁਰੂ ਹੋ ਜਾਂਦੀ ਹੈ ਉਸ ਕਿਰਿਆ ਨੂੰ ਕੀ ਕਹਿੰਦੇ ਅਸੀਂ ਨਿਊਕਲੀਅਰ ਸੰਲਯਨ ਕੀ ਬੋਲਦੇ ਆ ਨਿਊਕਲੀਅਰ ਸੰਲਯਨ ਇੰਗਲਿਸ਼ ਦੇ ਵਿੱਚ ਨਿਊਕਲੀਅਰ ਫਿਊਜ਼ਨ ਨਿਊਕਲੀਅਰ ਫਿਊਜ਼ਨ ਦੇ ਵਿੱਚ ਕੀ ਹੁੰਦਾ ਹਾਈਡਰੋਜਨ ਗੈਸ ਹੈ ਜਿਹੜੀ ਉਹ ਕਿਹਦੇ ਵਿੱਚ ਹੋ ਜਾਂਦੀ ਹੈ ਹੀਲੀਅਮ ਦੇ ਵਿੱਚ ਵਿਖੰਡਨ ਹੋਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਇਹਨਾਂ ਦਾ ਜਿਹੜਾ ਟੈਂਪਰੇਚਰ ਹੈ ਉਹ ਕੀ ਬਹੁਤ ਜ਼ਿਆਦਾ ਹਾਈ ਹੁੰਦਾ ਹੈ ਲਗਭਗ 6000 ਡਿਗਰੀ ਸੈਲਸੀਅਸ ਤੇ ਕਿਉਂ ਹੁੰਦਾ ਹਾਈ ਕਿਉਂਕਿ ਇਹ ਪਲਾਜ਼ਮਾ ਅਵਸਥਾ ਦੇ ਵਿੱਚ ਮਿਲਦੇ ਨੇ ਠੀਕ ਹੈ ਤਾਰਿਆਂ ਦਾ ਹੁਣ ਕਿੰਨੇ ਰੰਗ ਹੁੰਦੇ ਨੇ 3 ਰੰਗਾਂ ਦੇ ਵਿੱਚ ਪਾਏ ਜਾਂਦੇ ਨੇ ਕਿਹੜੇ ਕਿਹੜੇ ਲਾਲ ਸਫੇਦ ਤੇ ਨੀਲਾ ਜਦੋਂ ਤਾਂ ਨਾਰਮਲ ਹੀ ਟੈਂਪਰੇਚਰ ਹੈ 6 7 10 ਹਜ਼ਾਰ ਡਿਗਰੀ ਸੈਲਸੀਅਸ ਤਾਂ ਤੇ ਰੰਗ ਕੀ ਹੁੰਦਾ ਹੈ ਲਾਲ ਜਦੋਂ 20 30 40 ਹਜ਼ਾਰ ਡਿਗਰੀ ਸੈਲਸੀਅਸ ਹੋ ਜਾਏ ਤਾਂ ਕੀ ਰੰਗ ਹੋ ਜਾਏਗਾ ਸਫੇਦ ਔਰ ਜਦੋਂ ਲੱਖਾਂ ਦੇ ਵਿੱਚ ਟੈਂਪਰੇਚਰ ਹੋ ਜਾਂਦਾ ਤਾਂ ਫਿਰ ਉਹ ਕਿਹੜਾ ਰੰਗ ਲੈ ਲੈਂਦਾ ਆਪਣਾ ਨੀਲਾ ਤਾਂ ਤਾਰੇ ਸਾਨੂੰ ਫਿਰ ਕਹੇ ਜਿਹੇ ਦਿਖਾਈ ਦਿੰਦੇ ਨੇ ਨੀਲੇ ਰੰਗ ਦੇ ਠੀਕ ਹੈ ਤਾਂ ਹੌਲੀ ਹੌਲੀ ਜਦੋਂ ਇਹਨਾਂ ਦੇ ਵਿੱਚ ਕੀ ਹੈ ਇੰਧਨ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਤਾਰੇ ਦਾ ਲਾਲ ਦਾਨਵ ਦਾ ਰੂਪ ਲੈ ਲੈਂਦੇ ਨੇ ਠੀਕ ਹੈ ਕਿਹਦਾ ਰੂਪ ਲੈ ਲੈਂਦੇ ਨੇ ਲਾਲ ਦਾਨਵ ਦਾ ਠੀਕ ਹੈ ਤਾਂ ਲਾਲ ਦਾਨਵ ਅੱਗੇ ਜਾ ਕੇ ਕੀ ਇਹ 2 ਟੁਕੜਿਆਂ ਦੇ ਵਿੱਚ ਹੋ ਸਕਦਾ ਹੈ ਠੀਕ ਹੈ ਇਹ ਕੀ ਸੀਗਾ ਸਾਡਾ ਲਾਲ ਦਾਨਵ ਹਨਾ ਤਾਂ ਲਾਲ ਦਾਨਵ ਅੱਗੇ 2 ਚੀਜ਼ਾਂ ਦੇ ਵਿੱਚ ਬਣ ਸਕਦਾ ਜਾਂ ਤਾਂ ਉਹ ਕੀ ਬਣੂਗਾ ਵਾਈਟ ਦਵਾਫਟ ਹਨਾ ਵਾਈਟ ਦਵਾਫਟ ਜਾਂ ਫਿਰ ਉਹ ਕੀ ਬਣੂਗਾ ਵਿਸਫੋਟਕ ਤਾਰਾ ਠੀਕ ਹੈ ਵਿਸਫੋਟਕ ਤਾਰਾ ਵਿਸਫੋਟਕ ਸਟਾਰ ਠੀਕ ਹੈ ਇਸੇ ਨੂੰ ਹੀ ਅਸੀਂ ਕੀ ਕਹਿੰਦੇ ਆ ਸੁਪਰਨੋਵਾ ਵੀ ਕਹਿ ਦਿੰਦੇ ਆ ਕੀ ਮੈਂ ਕਹਿ ਦਿੰਦੇ ਆ ਸੁਪਰਨੋਵਾ ਠੀਕ ਹੈ ਕਲੀਅਰ ਹੈ ਵਿਸਫੋਟਕ ਤਾਰੇ ਦਾ ਹੀ ਦੂਸਰਾ ਨਾਮ ਕੀ ਹੈ ਸੁਪਰਨੋਵਾ ਹੈ ਨਾ ਅੱਗੇ ਜਦੋਂ ਇਹਨਾਂ ਦੇ ਵਿੱਚ ਵਾਈਟ ਡਵਾਰਫ ਦੀ ਚਮਕ ਕੀ ਹੈ ਫਿਰ ਹੌਲੀ ਹੌਲੀ ਇੰਧਨ ਬਿਲਕੁਲ ਕੀ ਹੈ ਖਤਮ ਹੋ ਜਾਂਦਾ ਹੈ ਇੱਕ ਸਟੇਟ ਤੇ ਆ ਕੇ ਇੰਧਨ ਕੀ ਹੈ ਜਦੋਂ ਖਤਮ ਹੋ ਜਾਂਦਾ ਤਾਂ ਫਿਰ ਇਹ ਵਾਈਟ ਡਵਾਰਫ ਹੀ ਕੀ ਬਣ ਜਾਂਦੇ ਨੇ ਬਲੈਕ ਡਵਾਰਫ ਕੀ ਬਣ ਜਾਂਦੇ ਨੇ ਬਲੈਕ ਡਵਾਰਫ ਯਾਨੀ ਕਿ ਬਿਲਕੁਲ ਹੀ ਚਮਕਣਾ ਬੰਦ ਕਰ ਦਿੰਦੇ ਨੇ ਤਾਰੇ ਮਰ ਜਾਂਦੇ ਨੇ ਠੀਕ ਹੈ ਜਦੋਂ ਬਿਲਕੁਲ ਚਮਕਣਾ ਬੰਦ ਕਰ ਦਿੰਦੇ ਨੇ ਤਾਂ ਉਹ ਕੀ ਬਣ ਜਾਂਦੇ ਨੇ ਬਲੈਕ ਡਵਾਰਫ ਔਰ ਆ ਜਿਹੜਾ ਸਾਡਾ ਸੀਗਾ ਵਿਸਫੋਟਕ ਤਾਰਾ ਸੀਗਾ ਇਹ ਅੱਗੇ 3 ਦੇ ਵਿੱਚ ਟੁੱਟ ਜਾਂਦਾ ਹੈ ਪਤਾ ਨਾ ਕਿਹੜਾ ਕਿਹੜਾ ਨਿਊਟ੍ਰੋਨ ਦੇ ਵਿੱਚ ਪਲਸਰ ਦੇ ਵਿੱਚ ਤੇ ਕੁਏਸਰ ਦੇ ਵਿੱਚ ਹੈ ਨਾ ਇਹੀ ਸੀ ਨਾ ਕੁਏਸਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੁੰਦਾ ਉਹ ਕੀ ਬਣਦਾ ਨਿਊਟ੍ਰੋਨ ਜਿਹੜਾ ਸਭ ਤੋਂ ਜ਼ਿਆਦਾ ਚਮਕੀਲਾ ਹੁੰਦਾ ਉਹ ਕੀ ਹੁੰਦਾ ਪਲਸਰ ਤੇ ਜਿਹਦੇ ਵਿੱਚ ਚੁੰਬਕੀ ਸ਼ਮਤਾ ਜ਼ਿਆਦਾ ਹੁੰਦੀ ਹੈ ਚੁੰਬਕ ਵਾਲੀਆਂ ਪ੍ਰੋਪਰਟੀਜ਼ ਉਹ ਕੀ ਹੋ ਜਾਂਦਾ ਕੁਏਸਰ ਬਣ ਜਾਂਦਾ ਹੈ ਨਾ ਹੁਣ ਜਿਹੜਾ ਆਹ ਵੱਡਾ ਨਿਊਟ੍ਰੋਨ ਹੁੰਦਾ ਇਹ ਹੌਲੀ ਹੌਲੀ ਵੱਡਾ ਤਾਂ ਹੈ ਹੀ ਹੈ ਸਾਈਜ਼ ਦੇ ਵਿੱਚ ਹੌਲੀ ਹੌਲੀ ਕੀ ਹੈ ਆਪਸ ਦੇ ਵਿੱਚ ਸੁੰਗੜਨਾ ਸ਼ੁਰੂ ਹੋ ਜਾਂਦਾ ਦਬਣਾ ਸ਼ੁਰੂ ਹੋ ਜਾਂਦਾ ਤੇ ਇੱਕ ਪੁਆਇੰਟ ਐਸਾ ਆਉਂਦਾ ਜਦੋਂ ਇਹ ਕੀ ਇਹਦੀ ਡੈਂਸਿਟੀ ਬਹੁਤ ਜ਼ਿਆਦਾ ਕੀ ਹੈ ਵੱਧ ਜਾਂਦੀ ਹੈ ਤਾਂ ਉਹੀ ਕੀ ਫਿਰ ਅੱਗੇ ਜਾ ਕੇ ਕਾਹਦਾ ਰੂਪ ਲੈ ਲੈਂਦਾ ਬਲੈਕ ਹੋਲ ਦਾ ਕਿਹਦਾ ਰੂਪ ਲੈ ਲੈਂਦਾ ਬਲੈਕ ਹੋਲ ਦਾ ਠੀਕ ਹੈ ਕਲੀਅਰ ਹੈ ਤੇ ਲਾਸਟ ਦੇ ਵਿੱਚ ਕੀ ਬਣ ਜਾਂਦੇ ਨੇ ਬਲੈਕ ਹੋਲ ਹੁਣ ਗੱਲ ਹੈ ਜਿਹੜੀ ਵੀ ਡਿਸਾਈਡ ਕਿਵੇਂ ਹੈ ਵੀ ਜਿਹੜਾ ਆਹ ਲਾਲ ਦਾਨਵ ਹੈ ਸਾਡੇ ਕੋਲ ਹੈ ਨਾ ਰਾਖਸ਼ਸ ਜਿਹੜਾ ਲਾਲ ਦਾਨਵ ਹੈ ਇਹ ਵਾਈਟ ਤਵਾਫਤ ਬਣੂਗਾ ਜਾਂ ਵਿਸਫੋਟਕ ਤਾਰਾ ਬਣੂਗਾ ਇਹ ਸਾਨੂੰ ਪਤਾ ਕਿਵੇਂ ਲੱਗਦਾ ਠੀਕ ਹੈ ਤਾਂ ਇਹਦੇ ਲਈ ਇੱਕ ਚੰਦਰ ਸ਼ੇਖਰ ਨਾਮ ਦੇ ਵਿਅਕਤੀ ਨੇ ਸਾਨੂੰ ਦੱਸਿਆ ਕਿ ਅਗਰ ਤਾਂ ਲਾਲ ਦਾਨਵ ਦਾ ਸਾਈਜ਼ ਸੂਰਜ ਦੇ ਸਾਈਜ਼ ਤੋਂ 1.5 ਗੁਣਾ ਲਗਭਗ 1.5 ਗੁਣਾ 1.44 ਕਿੰਨਾ ਹੁੰਦਾ ਲਗਭਗ 1.5 ਗੁਣਾ ਕਹਿ ਸਕਦੇ ਆ ਨਾ ਹਾਂ ਤਾਂ ਲਗਭਗ 1.5 ਗੁਣਾ ਤੋਂ ਕੀ ਹੋਵੇ ਇਹ ਛੋਟਾ ਹੋਵੇ ਯਾਨੀ ਕਿ ਇਹ ਛੋਟਾ ਹੈ ਔਰ ਲਾਲ ਦਾਨਵ ਬੜਾ ਹੈ ਠੀਕ ਹੈ ਤਾਂ ਲਾਲ ਦਾਨਵ ਕੀ ਹੈ ਸੂਰਜ ਦੇ ਸਾਈਜ਼ ਸੂਰਜ ਦਾ ਸਾਈਜ਼ ਜਿੰਨਾ ਹੈ ਉਹਦੇ 1.5 ਗੁਣਾ ਤੋਂ ਅਗਰ ਇਹ ਵਾਲਾ ਛੋਟਾ ਹੈ ਤਾਂ ਉਹ ਕਿਹਦਾ ਰੂਪ ਲੇਗਾ ਵਾਈਟ ਡਵਾਰਫ ਦਾ ਠੀਕ ਹੈ ਅਗਰ ਉਹ ਸਨ ਦੇ 1.5 ਗੁਣਾ ਤੋਂ ਕੀ ਹੈ ਵੱਡਾ ਹੈ ਠੀਕ ਹੈ ਕੀ ਹੈ ਇਹ ਵਾਲਾ ਵੱਡਾ ਹੈ ਅਗਰ ਵੱਡਾ ਹੈ ਤਾਂ ਫਿਰ ਇਹ ਕੀ ਬਣੇਗਾ ਵਿਸਫੋਟਕ ਤਾਰਾ ਠੀਕ ਹੈ
ਵਿਸਫੋਟ ਦੇਖੋ ਤੁਸੀਂ ਇੱਥੋਂ ਹੀ ਯਾਦ ਕਰ ਲਓ, ਵਿਸਫੋਟ ਕੌਣ ਕਰੇਗਾ? ਜਿਹੜਾ ਵੱਡਾ ਹੋਏਗਾ, ਪਾਵਰਫੁਲ ਹੋਏਗਾ। ਤਾਂ ਤੁਸੀਂ ਇੱਥੋਂ ਯਾਦ ਕਰ ਸਕਦੇ ਹੋ, ਜਿਹੜਾ ਸਨ ਦੇ ਲਗਭਗ 1.5 ਗੁਣੇ ਤੋਂ ਵੱਡਾ ਹੋਵੇ ਉਹ ਕੀ ਬਣੇਗਾ? ਵਿਸਫੋਟਕ। ਔਰ ਜਿਹੜਾ ਛੋਟਾ ਹੋਵੇ ਤੇ ਉਹ ਕੀ ਬਣੇਗਾ? ਵਾਈਟ ਡਵਾਰਫ। ਠੀਕ ਹੈ, ਇਹ ਚੰਦਰ ਸ਼ੇਖਰ ਨਾਮ ਦੇ ਵਿਅਕਤੀ ਨੇ ਦੱਸਿਆ ਸੀ, ਤਾਂ ਇਸੇ ਕਰਕੇ ਅਸੀਂ ਇਹਨੂੰ ਕੀ ਕਹਿੰਦੇ ਆ? ਚੰਦਰ ਸ਼ੇਖਰ ਸੀਮਾ। ਠੀਕ ਹੈ, ਤਾਂ ਚੰਦਰ ਸ਼ੇਖਰ ਸੀਮਾ ਸਾਨੂੰ ਕੀ ਦੱਸਦੀ ਹੈ ਕਿ ਜਿਹੜੇ ਲਾਲ ਦਾਨਵ ਹੈ ਉਹਨੇ ਵਾਈਟ ਡਵਾਰਫ ਬਣਨਾ ਹੈ ਜਾਂ ਫਿਰ ਵਿਸਫੋਟਕ ਤਾਰਾ ਬਣਨਾ ਹੈ। ਠੀਕ ਹੈ, ਤਾਂ ਇਹ ਦੋਨਾਂ ਦਾ ਜਿਹੜਾ ਕੰਪੈਰੀਜ਼ਨ ਹੈ ਵੀ ਕੀ ਬਣੇਗਾ, ਉਹਦੇ ਲਈ ਜਿਹੜੀ ਕੰਡੀਸ਼ਨ ਦਿੱਤੀ ਸੀ ਉਸੇ ਨੂੰ ਹੀ ਅਸੀਂ ਕੀ ਬੋਲਦੇ ਹਾਂ? ਚੰਦਰ ਸ਼ੇਖਰ ਸੀਮਾ। ਕਲੀਅਰ ਹੈ? ਠੀਕ ਹੈ, ਇਹਦੇ ਹਿਸਾਬ ਨਾਲ ਫਿਰ ਇਹ ਡਿਸਾਈਡ ਹੋ ਜਾਂਦਾ ਹੈ ਕਿ ਕੀ ਬਣੇਗਾ? ਵਾਈਟ ਡਵਾਰਫ। ਜਦੋਂ ਬਿਲਕੁਲ ਹੀ ਚਮਕ ਖਤਮ ਹੋ ਗਈ, ਇੰਧਨ ਵੀ ਖਤਮ ਹੋ ਗਿਆ, ਤਾਰੇ ਯਾਨੀ ਕਿ ਕੀ ਨੇ? ਮਰ ਜਾਂਦੇ ਨੇ, ਚਮਕਣਾ ਬੰਦ ਕਰ ਦਿੰਦੇ ਨੇ, ਤਾਂ ਕੀ ਬਣ ਜਾਂਦੇ ਨੇ? ਬਲੈਕ ਡਵਾਰਫ। ਕਲੀਅਰ ਹੈ ਇੱਥੇ ਤੱਕ? ਕਿਸੇ ਨੂੰ ਦਿੱਕਤ ਤਾਂ ਨਹੀਂ? ਚਲੋ, ਤਾਂ ਤਾਰੇ ਹੁਣ ਸਾਡਾ ਹੋ ਗਿਆ ਕੰਪਲੀਟ। ਅੱਗੇ ਦੇਖ ਲੈਂਦੇ ਹਾਂ ਹੁਣ ਆਪਾਂ ਆਕਾਸ਼ ਗੰਗਾ। ਆਕਾਸ਼ ਗੰਗਾ ਕੀ ਹੁੰਦੀ ਹੈ? ਆਕਾਸ਼ ਗੰਗਾ ਗਲੈਕਸੀ ਹੈ ਨਾ, ਫੋਨ ਹੈ ਨਾ ਗਲੈਕਸੀ। ਕਿੱਥੋਂ ਆਇਆ ਫੋਨ? ਉਹ ਇੱਥੋਂ ਹੀ ਆਇਆ। ਠੀਕ ਹੈ, ਗਲੈਕਸੀ। ਹੁਣ ਆਪਾਂ ਗਲੈਕਸੀ ਕੀ ਸੀਗਾ, ਕੀ ਪੜਿਆ ਸੀ? ਗਲੈਕਸੀ ਕੀ ਹੁੰਦੀ ਹੈ? ਜਦੋਂ ਬ੍ਰਹਿਮੰਡ ਦੀ ਉਤਪਤੀ ਹੋ ਰਹੀ ਸੀ ਤਾਂ ਇੱਕ ਬਹੁਤ ਜ਼ਿਆਦਾ ਘਣਤਵ ਵਾਲਾ ਤਾਰਾ ਜਿਹੜਾ ਸੀਗਾ ਉਹ ਕੀ ਸੀਗਾ? ਕਿਸੇ ਸ਼ਕਤੀ ਦੇ ਖਿਚਾਵ ਦੇ ਕਾਰਨ ਉਹ ਤਾਰਾ ਕੀ ਸੀਗਾ? ਖੰਡਿਤ ਹੋ ਗਿਆ ਸੀ। ਤੇ ਕਿੰਨੇ ਟੁਕੜਿਆਂ ਦੇ ਵਿੱਚ ਉਹ ਜਿਹੜੇ ਟੁਕੜੇ ਉਹਦੇ ਅੱਡ-ਅੱਡ ਹੋ ਗਏ, ਉਹਨਾਂ ਨੂੰ ਹੀ ਅਸੀਂ ਕੀ ਕਿਹਾ? ਗਲੈਕਸੀ। ਤੇ ਕਿੰਨੀਆਂ ਗਲੈਕਸੀ ਨੇ ਹੁਣ ਸਾਡੇ ਬ੍ਰਹਿਮੰਡ ਦੇ ਵਿੱਚ? 100 ਅਰਬ। ਕਿੰਨੀਆਂ ਗਲੈਕਸੀ ਨੇ? 100 ਅਰਬ ਗਲੈਕਸੀਆਂ ਨੇ। ਠੀਕ ਹੈ, ਯਾਨੀ ਕਿ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਹੀ ਬੜਾ ਬ੍ਰਹਿਮੰਡ ਹੋਏਗਾ, ਹਨਾ? ਕਿੰਨਾ ਬੜਾ ਬ੍ਰਹਿਮੰਡ ਹੋਏਗਾ। ਤਾਂ ਹੁਣ ਆਪਾਂ ਪੜ੍ਹ ਲੈਂਦੇ ਹਾਂ। ਮੰਨ ਲਓ ਆ ਸਾਡੀ ਕੀ ਹੈ? ਇੱਕ ਗਲੈਕਸੀ ਹੈ। ਕੀ ਇਹ ਇੱਕ ਗਲੈਕਸੀ? ਠੀਕ ਹੈ, ਇੱਕ ਗਲੈਕਸੀ ਆ, ਇਹਦੇ ਵਿੱਚ ਕਿੰਨੇ ਹੀ ਤਾਰੇ ਹੋਣਗੇ? 100 ਅਰਬ, ਹਨਾ? 100 ਅਰਬ ਗਲੈਕਸੀਆਂ ਨੇ ਤੇ ਹਰੇਕ ਗਲੈਕਸੀ ਦੇ ਵਿੱਚ ਕਿੰਨੇ ਤਾਰੇ ਨੇ? 100 ਅਰਬ ਹੀ ਤਾਰੇ ਨੇ। ਠੀਕ ਹੈ, ਤਾਂ ਮੰਨ ਲਓ ਆ ਇੱਕ ਸਾਡੀ ਗਲੈਕਸੀ ਹੈ, ਹਨਾ? ਫਿਰ ਬ੍ਰਹਿਮੰਡ ਦੇ ਵਿੱਚ ਆ ਦੂਸਰੀ ਗਲੈਕਸੀ ਹੈ, ਆ ਕੀ ਹੈ? ਤੀਸਰੀ ਗਲੈਕਸੀ ਹੈ, ਆ ਇੱਕ ਚੌਥੀ ਗਲੈਕਸੀ ਹੈ, ਆ ਪੰਜਵੀਂ ਗਲੈਕਸੀ ਹੈ, ਹਨਾ? ਤਾਂ ਏਦਾਂ ਕੀ ਨੇ? ਬਹੁਤ ਸਾਰੀਆਂ ਕੀ ਨੇ ਬ੍ਰਹਿਮੰਡ ਦੇ ਵਿੱਚ ਗਲੈਕਸੀਆਂ ਹੋਣਗੀਆਂ, ਹਨਾ? ਕਿੰਨੀਆਂ ਹੀ ਗਲੈਕਸੀਆਂ ਨੇ? ਇਹ ਸਾਰਾ ਕਿੰਨੀਆਂ ਗਲੈਕਸੀਆਂ ਨੇ? 100 ਅਰਬ, ਹਨਾ? ਤਾਂ ਹੁਣ 100 ਅਰਬ ਤਾਂ ਬਣਾ ਨਹੀਂ ਸਕਦੇ, ਤਾਂ ਇਹ ਮੰਨ ਲਓ ਕਿੰਨੀਆਂ ਗਲੈਕਸੀਆਂ ਨੇ? 100 ਅਰਬ। ਤਾਂ ਇਸੇ ਨੂੰ ਹੀ ਪੂਰਾ ਦਾ ਪੂਰਾ ਕੀ ਕਿਹਾ ਜਾਂਦਾ ਹੈ? ਬ੍ਰਹਿਮੰਡ ਕਿਹਾ ਜਾਂਦਾ। ਠੀਕ ਹੈ, ਯੂਨੀਵਰਸ। ਤਾਂ ਯੂਨੀਵਰਸ ਕਿਹਨੂੰ ਕਹਿੰਦੇ? ਇਹਨੂੰ ਸਾਰੇ ਨੂੰ ਹੀ ਕੀ ਕਹਿੰਦੇ ਆ ਅਸੀਂ? ਯੂਨੀਵਰਸ। ਠੀਕ ਹੈ, ਕਲੀਅਰ ਹੈ? ਤਾਂ ਆ ਜਿਹੜੀ ਗਲੈਕਸੀਆਂ ਨੇ ਇਹਨਾਂ ਦੇ ਵਿੱਚ ਕਿੰਨੇ ਤਾਰੇ ਨੇ? ਇੱਕ ਗਲੈਕਸੀ ਦੇ ਵਿੱਚ 100 ਅਰਬ ਤਾਰਾ ਹੈ। 100 ਅਰਬ ਤਾਰੇ। ਠੀਕ ਹੈ, ਇਹਦੇ ਵਿੱਚ 100 ਅਰਬ ਨੇ, ਇਹਦੇ ਵਿੱਚ ਵੀ 100 ਅਰਬ ਨੇ, ਇਹਦੇ ਵਿੱਚ ਵੀ 100 ਅਰਬ ਨੇ, ਇਹਦੇ ਵਿੱਚ ਵੀ 100 ਅਰਬ ਨੇ। ਕਹਿਣ ਦਾ ਮਤਲਬ ਕਿ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ, ਬ੍ਰਹਿਮੰਡ ਕੀ ਹੈ? ਤਾਰਿਆਂ ਨਾਲ ਭਰਿਆ ਪਿਆ। ਠੀਕ ਹੈ, ਕਲੀਅਰ ਹੈ? ਕੋਈ ਦਿੱਕਤ ਨਹੀਂ? ਹੁਣ ਇਹਨਾਂ ਵਿੱਚੋਂ ਇੱਕ ਗਲੈਕਸੀ ਹੈ ਜਿੱਥੇ ਸਾਡਾ ਕੀ ਹੈ? ਸੂਰਜ ਮਿਲਦਾ ਹੈ। ਕੀ ਮਿਲਦਾ ਹੈ? ਸੂਰਜ। ਮੰਨ ਲਓ ਆ ਸਾਡੀ ਗਲੈਕਸੀ ਹੈ ਔਰ ਇੱਥੇ ਆ ਸਾਡੇ ਕੀ ਨੇ? ਸੂਰਜ ਭਾਈ ਸਾਹਿਬ ਬੈਠੇ ਨੇ। ਠੀਕ ਹੈ, ਤਾਂ ਇਹਨਾਂ ਵਿੱਚੋਂ ਹੀ ਇੱਕ ਗਲੈਕਸੀ ਹੈ ਜਿੱਥੇ ਸੂਰਜ ਹੈ। ਠੀਕ ਹੈ, ਸਾਡਾ ਆਪਣਾ ਸੂਰਜ ਹੈ। ਹੁਣ ਸਾਡਾ ਆਪਣਾ ਸੂਰਜ ਇੱਥੇ ਹੈਗਾ ਏ, ਤਾਂ ਅਸੀਂ ਹੁਣ ਇਸੇ ਨੂੰ ਪੜਾਂਗੇ ਜ਼ਿਆਦਾਤਰ। ਠੀਕ ਹੈ, ਜਿੱਥੇ ਸਾਡਾ ਲੈਣ ਦੇਣ ਹੈ ਅਸੀਂ ਉਸੇ ਬਾਰੇ ਜਾਣਕਾਰੀ ਕਰਾਂਗੇ ਨਾ, ਕਿ ਹੋਰ ਹੀ ਕਿਸੇ ਪੜੋਸੀਆਂ ਕਹਿੰਦੀ ਪੜੋਸੀਆਂ ਤੋਂ ਕੁਛ ਨਹੀਂ ਲੈਣਾ। ਠੀਕ ਹੈ, ਇੱਧਰ ਦੇਖੋ। ਠੀਕ ਹੈ, ਤਾਂ ਜਿੱਥੇ ਸਾਡਾ ਆਪਣਾ ਸੂਰਜ, ਜਿਹੜੀ ਗਲੈਕਸੀ ਦੇ ਵਿੱਚ ਸਾਡਾ ਆਪਣਾ ਸੂਰਜ ਹੈ, ਉਸ ਗਲੈਕਸੀ ਦਾ ਅਸੀਂ ਹੁਣ ਆਪਣਾ ਕੋਈ ਨਾ ਕੋਈ ਨਾਮ ਵੀ ਤਾਂ ਰੱਖਾਂਗੇ, ਹਨਾ? ਜਦੋਂ ਸਾਡੇ ਘਰ ਕੋਈ ਨਵਾਂ ਮੈਂਬਰ ਆਉਂਦਾ ਹੈ ਜਾਂ ਆਪਣੇ ਮੈਂਬਰਾਂ ਬਾਰੇ ਜਾਣਕਾਰੀ ਹੈ ਤਾਂ ਉਹਨਾਂ ਦਾ ਨਾਮ ਵੀ ਤਾਂ ਹੁੰਦਾ ਨਾ। ਤਾਂ ਅਸੀਂ ਇਹਦਾ ਨਾਮ ਰੱਖਤਾ ਮਿਲਕੀ ਵੇ। ਮਿਲਕੀ ਵੇ। ਠੀਕ ਹੈ, ਮੰਦਾਕਨੀ ਕੀ ਬੋਲਦੇ ਹਨ? ਮੰਦਾਕਨੀ। ਤਾਂ ਸਾਡੀ ਆਪਣੀ ਗਲੈਕਸੀ ਦਾ ਨਾਮ ਕੀ ਹੈ? ਮਿਲਕੀ ਵੇ। ਸਾਡੀ ਆਪਣੀ ਗਲੈਕਸੀ ਮਤਲਬ ਜਿੱਥੇ ਸੂਰਜ ਹੈ, ਜਿੱਥੇ ਸੂਰਜ ਹੈ ਉੱਥੇ ਹੀ ਹੈ ਨਾ। ਸੂਰਜ ਦੀ ਤਾਂ ਗ੍ਰਹਿ ਆ ਧਰਤੀ, ਪ੍ਰਿਥਵੀ, ਹੈ ਨਾ? ਤਾਂ ਜਿੱਥੇ ਸੂਰਜ ਹੈ ਉੱਥੇ ਹੀ ਅਸੀਂ ਹਾਂ। ਤਾਂ ਸਾਡੀ ਆਪਣੀ ਜਿਸ ਵਿੱਚ ਸੂਰਜ ਹੈ ਉਸ ਗਲੈਕਸੀ ਦਾ ਨਾਮ ਕੀ ਹੈ? ਮਿਲਕੀ ਵੇ। ਠੀਕ ਹੈ, ਕੀ ਨਾਮ ਰੱਖਤਾ ਸੀ? ਮਿਲਕੀ ਵੇ। ਪੰਜਾਬੀ ਦੇ ਵਿੱਚ ਮੰਦਾਕਨੀ ਬੋਲਦੇ ਨੇ ਇਹਨੂੰ। ਠੀਕ ਹੈ, ਫਿਰ ਉਸ ਤੋਂ ਬਾਅਦ ਥੋੜਾ ਬਹੁਤਾ ਪੜੋਸੀਆਂ ਬਾਰੇ ਵੀ ਜਾਣਕਾਰੀ ਲੈ ਲੈਂਦੇ ਹਾਂ। ਬਸ ਜ਼ਿਆਦਾ ਨਹੀਂ ਪੜੋਸੀਆਂ ਦੀ ਜਾਣਕਾਰੀ ਰੱਖਣੀ, ਥੋੜੀ ਬਹੁਤੀ, ਹਨਾ? ਕਦੇ ਕਦੇ ਨਮਕ ਮਿਰਚ ਮਸਾਲਾ ਲੈਣ ਜਾਣਾ ਪੈ ਜੇ ਤਾਂ ਪਤਾ ਹੋਵੇ, ਹਨਾ? ਤਾਂ ਇਹ ਜਿਹੜੀ ਹੈ ਇਹਦਾ ਅਸੀਂ ਨਾਮ ਰੱਖਿਆ ਐਂਡਰੋਮੇਡਾ। ਇਹਦਾ ਨਾਮ ਕੀ ਹੈ?
एंड्रोमेडा, ठीक है, यानी कि देवयानी। ਇਹਦਾ ਨਾਮ ਕੀ ਹੈ? ਦੇਵਯਾਨੀ। ਸਾਡੀ ਪੜੋਸਣ ਦਾ ਨਾਮ ਕੀ ਹੈ? ਐਂਡਰੋਮੇਡਾ, ਠੀਕ ਹੈ, ਇਹਦਾ ਨਾਮ ਕੀ ਹੈ? ਐਂਡਰੋਮੇਡਾ। ਤੇ ਇੱਕ ਤੀਸਰੀ ਗੈਲੈਕਸੀ ਹੈ, ਇਹਦਾ ਨਾਮ ਜਾਣ ਲਓ। ਪੜੋਸਣ ਕਈ ਵਾਰ ਦੁਖੀ ਨਾ ਹੋ ਜਾਏ, ਉਹ ਆਪਣੇ ਤੋਂ ਬਿਨਾਂ ਹੋਰ ਵੀ ਜਾ ਸਕਦੀ ਹੈ। ਇਹਦਾ ਨਾਮ ਕੀ ਹੈ? NGCM 33, ठीक है, NGCM 33, क्लीयर है। ਤਾਂ ਇਹ ਤਿੰਨ ਆਪਣੇ ਕੋਲ ਬਸ ਇੰਨੀਆਂ ਹੀ ਜਾਣਕਾਰੀ ਲੈਣੀ ਹੈ। ਬਾਕੀ ਆ ਜਿਹੜੇ 100 ਰੁਪਈਆਂ ਨੇ ਇੰਨੀਆਂ ਸਾਰੀਆਂ, ਇਹਨਾਂ ਤੋਂ ਅਸੀਂ ਕੁਛ ਲੈਣਾ ਦੇਣਾ ਨਹੀਂ, ਠੀਕ ਹੈ। ਪੇਪਰ ਪੁਆਇੰਟ ਆਫ ਵਿਊ ਦੇ ਨਾਲ ਬਸ ਇਹਨਾਂ ਦੇ ਨਾਮ ਪੁੱਛੇ ਜਾ ਸਕਦੇ ਨੇ, ਹੋਰ ਜ਼ਿਆਦਾ ਕੁਛ ਨਹੀਂ। ਜਾਂ ਇੱਕ ਵਾਰ ਪ੍ਰਸ਼ਨ ਵੀ ਆਇਆ ਸੀ ਕਿ NGCM 33 ਕੀ ਹੈ? ਆਕਾਸ਼ ਗੰਗਾ ਹੈ, ਤਾਰਾ ਹੈ, ਗ੍ਰਹਿ ਹੈ, ਕੀ ਚੀਜ਼ ਹੈ? ਕੀ ਇਹ ਇੱਕ ਗੈਲੈਕਸੀ ਹੈ ਸਾਡੀ ਆਕਾਸ਼ ਗੰਗਾ ਹੈ, ਠੀਕ ਹੈ। ਆਕਾਸ਼ ਗੰਗਾ ਹੈ ਕਿ ਗਰੁੱਪ ਆਫ ਸਟਾਰਸ, ਤਾਰਿਆਂ ਦਾ ਇੱਕ ਸਮੂਹ ਕੀ ਕਹਿਲਾਂਦਾ ਹੈ? ਆਕਾਸ਼ ਗੰਗਾ ਗੈਲੈਕਸੀ, ਠੀਕ ਹੈ। ਤਾਂ ਹੁਣ ਆ ਤਿੰਨ ਜਿਹੜੀਆਂ ਹੋ ਗਈਆਂ, ਤਾਂ ਤਿੰਨ ਦੇ ਗਰੁੱਪ ਨੂੰ ਹੀ ਕੀ ਬੋਲਦੇ ਨੇ? ਸੁਪਰ ਕਲਸਟਰ, ਠੀਕ ਹੈ। ਕੀ ਬੋਲਦੇ ਨੇ? ਸੁਪਰ ਕਲਸਟਰ, ਠੀਕ ਹੈ। ਤਾਂ ਗਰੁੱਪ ਆਫ 3 ਗੈਲੈਕਸੀ ਇਜ਼ ਨੋਨ ਐਜ਼ ਸੁਪਰ ਕਲਸਟਰ। ਤਿੰਨ ਗੈਲੈਕਸੀਆਂ, ਤਿੰਨ ਆਕਾਸ਼ ਗੰਗਾ ਦੇ ਸਮੂਹ ਨੂੰ ਅਸੀਂ ਕੀ ਕਹਿੰਦੇ ਆ? ਸੁਪਰ ਕਲਸਟਰ, ਠੀਕ ਹੈ ਜੀ। ਇੰਨਾ ਸਮਝ ਆ ਗਿਆ, ਠੀਕ ਹੈ। ਬਾਕੀ ਦੁਨੀਆ ਭਰ ਦੀਆਂ ਗੈਲੈਕਸੀਆਂ ਇੱਥੇ ਸਾਡੇ ਕੋਲ ਯੂਨੀਵਰਸ ਦੇ ਵਿੱਚ ਪਈਆਂ ਨੇ, ਅਸੀਂ ਇਹਨਾਂ ਤੋਂ ਕੋਈ ਲੈਣਾ ਦੇਣਾ ਨਹੀਂ, ਠੀਕ ਹੈ। ਕਿਉਂ? ਕਿਉਂਕਿ ਇਹ ਪਹਿਲਾਂ ਹੀ ਇੰਨੀ ਲੈਂਥ ਦੇ ਵਿੱਚ ਦੂਰ ਨੇ ਕਿ ਅਸੀਂ ਇੱਥੇ ਤੱਕ ਹੀ ਨਹੀਂ ਪਹੁੰਚ ਸਕਦੇ, ਠੀਕ ਹੈ ਨਾ। ਤਾਂ ਇੱਥੇ ਤੱਕ ਪਹੁੰਚਣਾ ਹੀ ਬੜਾ ਮੁਸ਼ਕਿਲ ਹੈ, ਤਾਂ ਇਸ ਕਰਕੇ ਅਸੀਂ ਬਸ ਇੰਨਾ ਹੀ ਸਾਨੂੰ ਸਫੀਸ਼ੀਐਂਟ ਹੈ, ਠੀਕ ਹੈ। ਜਿੰਨਾ ਪੇਪਰ ਦੇ ਵਿੱਚ ਆਉਣਾ ਅਸੀਂ ਉਨਾ ਹੀ ਸਮਝਣਾ ਹੈ, ਠੀਕ ਹੈ। ਇਹਦਾ ਪੜ੍ਹਨ ਨੂੰ ਤਾਂ ਬਹੁਤ ਕੁਛ ਹੈ, ਕਲੀਅਰ ਹੈ। ਤਾਂ ਸਮਝ ਗਏ ਨਾ। ਤਾਂ ਗਰੁੱਪ ਆਫ 3 ਗੈਲੈਕਸੀ ਇਜ਼ ਨੋਨ ਐਜ਼ ਸੁਪਰ ਕਲਸਟਰ, ਠੀਕ ਹੈ। ਚਲੋ ਅੱਗੇ ਦੇਖ ਲੈਂਦੇ ਹਾਂ ਹੁਣ ਆਪਾਂ ਆਪਣੀ ਗੈਲੈਕਸੀ ਦੇ ਬਾਰੇ ਚ। ਹੁਣ ਸੂਰਜ ਹੈ ਜਿਹੜਾ, ਸਾਡੀ ਆਪਣੀ ਗੈਲੈਕਸੀ ਦਾ ਨਾਮ ਕੀ ਹੈ? ਮਿਲਕੀ ਵੇ, यानी कि मंदाकिनी, ठीक है। ਇਹਦੇ ਵਿੱਚ ਕੀ ਹੈ? ਸਾਡੇ ਕੋਲ सूरज भी की है, एक तारा ही है, जिवें बाकी तारे ने उवें ही की है सूरज एक तारा है, ठीक है। ਤਾਂ ਪ੍ਰਿਥਵੀ ਦੇ ਸਭ ਤੋਂ ਨੇੜਲਾ ਤਾਰਾ ਕਿਹੜਾ ਹੈ? सूरज है ना। ਤਾਂ ਸਾਡੇ ਸਭ ਤੋਂ ਨਜ਼ਦੀਕੀ ਤਾਰਾ ਕਿਹੜਾ ਹੈ? सूरज। ਪਰ सूरज ਦੇ ਵੀ ਕੋਈ ਨੇੜੇ ਤੇੜੇ ਤਾਰਾ ਹੋਊਗਾ ਨਾ? ਬਿਲਕੁਲ। ਤਾਂ सूरज ਦੇ ਜਿਹੜਾ ਸਭ ਤੋਂ ਨਜ਼ਦੀਕੀ ਤਾਰਾ ਹੈ ਉਹਦਾ ਨਾਮ ਹੈ ਪ੍ਰੋਕਸੀਮਾ ਸੈਂਚੁਰੀ, ਠੀਕ ਹੈ, ਠੀਕ ਹੈ। ਆ ਕੀ ਹੈ? ਸਾਡਾ ਆਪਣਾ सूरज। ਤੇ सूरज ਦਾ ਸਭ ਤੋਂ ਨੇੜਲਾ ਤਾਰਾ ਜਿਹੜਾ ਹੈ ਉਹ ਕਿਹੜਾ ਹੈ? ਪ੍ਰੋਕਸੀਮਾ ਸੈਂਚੁਰੀ, ਠੀਕ ਹੈ। ਪ੍ਰੋਕਸੀਮਾ ਸੈਂਚੁਰੀ ਯਾਦ ਰੱਖਣਾ ਹੈ। सूरज ਦੇ ਸਭ ਤੋਂ ਨੇੜਲਾ ਤਾਰਾ ਪ੍ਰੋਕਸੀਮਾ ਸੈਂਚੁਰੀ। ਸਾਡਾ ਸਭ ਤੋਂ ਨੇੜਲਾ ਤਾਰਾ, ਪ੍ਰਿਥਵੀ ਦਾ ਸਭ ਤੋਂ ਨੇੜਲਾ ਤਾਰਾ सूरज ਦੇ ਸਭ ਤੋਂ ਨੇੜਲਾ ਤਾਰਾ ਪ੍ਰੋਕਸੀਮਾ ਸੈਂਚੁਰੀ, यानी कि ਪ੍ਰਿਥਵੀ ਤੋਂ ਸਭ ਤੋਂ ਨੇੜੇ सूरज और दूसरे नंबर ते ਪ੍ਰੋਕਸੀਮਾ ਸੈਂਚੁਰੀ। ਤਾਂ ਇਹ 'ਚ ਕਨਫਿਊਜ਼ ਨਹੀਂ ਹੋਣਾ, ਯਾਦ ਰੱਖਣਾ ਸਾਡਾ ਸਭ ਤੋਂ ਨੇੜਲਾ ਤਾਰਾ सूरज ਤੇ सूरज ਦਾ ਸਭ ਤੋਂ ਨੇੜਲਾ ਤਾਰਾ ਪ੍ਰੋਕਸੀਮਾ ਸੈਂਚੁਰੀ, ਠੀਕ ਹੈ। ਹੁਣ ਇੱਕ ਚੀਜ਼ ਜਿਹੜੀ ਉਹ ਸਮਝਣ ਵਾਲੀ ਆ ਉਹ ਇਹ ਹੈ, ਪੂਰੇ ਬ੍ਰਹਿਮੰਡ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਕਿਸੇ ਨਾ ਕਿਸੇ ਦੇ ਦੁਆਲੇ ਕੀ ਨੇ? ਚੱਕਰ ਲਗਾ ਰਹੀਆਂ ਨੇ, ਠੀਕ ਹੈ। ਕਿਸੇ ਨਾ ਕਿਸੇ ਦੁਆਲੇ ਚੱਕਰ ਲਗਾ ਰਹੀਆਂ ਨੇ। ਜਿਵੇਂ सूरज किहदा चक्कर लगा रहा? मिल्की वे दा, ठीक है। सूरज किहदा चक्कर लगा रहा है? मिल्की वे दा। चंद किहदा चक्कर लगा रहा है? पृथ्वी दा। पृथ्वी किहदा चक्कर लगा रही है? सूरज दा। सूरज किहदा चक्कर लगा रहा है? मिल्की वे दा। मिल्की वे किहदा चक्कर लगा रही है? ब्रह्मांड दा, ठीक है। तो पूरा ब्रह्मांड की है गोल गोल चक्कर ही लगा रहा है, ठीक है। तो ब्रह्मांड चक्कर लगा रहा है, तो असीं सारे की हाँ चक्कर ही लगा रहे हैं, किसी ना किसी का चक्कर लगा रहे हैं, ठीक है। वैसे भी लगा ही रहे हैं, पढ़ तो घट्टे रहे हैं, किसी का चक्कर तो लग ही रहा है ना, ठीक है। पढ़ लो, समझ आ गया। तो सूरज किहदा चक्कर लगा रहे हैं? मंदाकिनी दा, ठीक है, यानी कि साडी अपनी गैलैक्सी मिल्की वे दा। तो ये दिमाग दे विच हमेशा रखना है, जो आपां स्पीड या चाल की कोई गल करांगे तो सारियां ही की ने चीज़ां बॉडीज एक दूसरे का चक्कर लगा रही ने, ठीक है। किसी की स्पीड घट तो किसी की थोड़ी जी ਵੱਧ, पर सारे एक दूसरे का की ने चक्कर लगा रहे हैं, क्लीयर है। ਹੁਣ देखो ये साडी मंदाकिनी, ਹੁਣ ਦੱਸਦੀ ਹਾਂ मैं किन्नी बड़ा ये ब्रह्मांड है। ध्यान नाल देखियो, ये ਜਿਹੜਾ सूरज है ਇਹ ਜਦੋਂ ਮੰਦਾकिनी ਦਾ ਚੱਕਰ ਲਗਾਉਂਦਾ ਹੈ ਕਿੰਨੀ ਦੇਰ ਦੇ ਵਿੱਚ ਇਹ ਚੱਕਰ ਕੰਪਲੀਟ ਕਰਦਾ ਹੈ? सूरज अगर 250 किलोमीटर
प्रति सेकंड। प्रति सेकंड का मतलब समझ रहे हो? एक सैकेंड दे विच अगर 250 किलोमीटर है ना, इत्थे तो 250 किलोमीटर देख लो कितना हो गया है ना, तो अगर एक सैकेंड, पूरे किलोमीटर आर नहीं है, किलोमीटर सेकंड, मतलब हर एक सेकंड दे विच अगर वो 250 किलोमीटर जा रहा है, स्पीड देख रहे हो, एक सेकंड दे विच उरे तो 250 किलोमीटर है ना, एक सेकंड दे विच पहुंच जाएगा। 2 सेकंड दे विच देखो कितना पहुंचेगा, कितनी दूर चला जाएगा है ना। एक घंटे दे विच कितनी दूर चला जाएगा, एक दिन दे विच कितनी दूर चला जाएगा है ना, इन्नी स्पीड दे नाल। एक साल दे विच कितनी दूर चला जाएगा है ना। पर फिर भी इनू ये चक्कर लगाने लगे कितना समय लगता है, 25 करोड़ साल लग जाते ने। 25 करोड़ साल, समझ रहे हो? हुण तुसीं अंदाजा ला लो भी आ मिल्की वे है जिहड़ी ये कितनी बड़ी है, समझ रहे हो? सूरज अगर 250 किलोमीटर एक सेकंड दे विच अगर 250 किलोमीटर तय कर लेंदा है, तद भी इहनूं एक चक्कर पूरा करन नूं कितना समा लगदा है, 25 करोड़ साल लग जाएंगे। ठीक है, कितने साल? 25 करोड़ साल है ना। देख लो, तो हुण समझ रहे हो मिल्की वे, सिर्फ मिल्की वे की गल हो रही है ये, तो साडी गैलेक्सी है जिहड़ी वो कितनी बड़ी है ना। और असीं थोड़ी थोड़ी जमीनां लई है ना लड़ते रहने हैं। समझ आ गया? ठीक। हुण आ देख लेंगे सूरज का करीबी तारा कितना करीब है ये। सूरज का करीबी तारा किहड़ा है? करीब सूरज के सब तो नेड़ला तारा किहड़ा है? प्रॉक्सिमा सेंचुरी। हुण जे असीं प्रॉक्सिमा सेंचुरी ते जाना होवे है ना, हुण जे असीं प्रॉक्सिमा सेंचुरी ते जाना होवे तां लाइट की स्पीड नाल असीं देखदे हां ना, तां लाइट की स्पीड कितनी हुंदी है? 3 लाख किलोमीटर प्रति घंटा या प्रति सेकंड। एक सेकंड दे विच कितनी? 3 लाख किलोमीटर। एक सेकंड दे विच कितना सफर तय कर लैंदी है एक लाइट? 3 लाख किलोमीटर। तो एक सेकंड दे विच 3 लाख किलोमीटर है ना, एक घंटे दे विच, एक दिन दे विच, एक साल दे विच। और इनू इत्थे पहुंचण नूं सूरज तो अगर इत्थे जाना प्रॉक्सिमा सेंचुरी ते 3 लाख किलोमीटर प्रति सेकंड के हिसाब नाल चलीए तां सानू 4 साल लग जांदे ने। 4 साल, समझ आ रही है? एक सेकंड दे विच कितना? 3 लाख किलोमीटर दी स्पीड है। ठीक है, 3 लाख किलोमीटर पर सेकंड, एक सेकंड दे विच 3 लाख किलोमीटर का सफर तय हो जाता है। इंडिया कितना का एक सेकंड दे विच है ना, पूरा धरती। समझ रहे हो? तो तां भी असीं प्रॉक्सिमा सेंचुरी दे कद पहुंचांगे? 4 साल लग जाणगे सानू। समझ आ गया? 4 साल। क्लीयर है? हुण देख लैंदे इत्थे एक बारी आ की है साडी मिल्की वे, की है साडी मिल्की वे है ना। मान लो ये साडी की है मिल्की वे, इत्थे सारे की ने है तारे ने है ना, तारियां दी तां कोई कमी नहीं, ग्रुप ऑफ स्टार्स भी क्या है? गैलेक्सी है ना, मिल्की वे, मंदाकिनी। ठीक है, मिल्की वे। ठीक है, ये साडी अपनी है, यानी कि इत्थे सारे ही की ने तारियां दे इकट्ठ ने, तो किसी कोने ते साडा अपना की बैठा है? सूरज बैठा है। की है ये? सूरज है ना। हुण सूरज अगर 250 किलोमीटर प्रति सेकंड, हर एक सेकंड च कितना तय करे? 250 किलोमीटर अगर तय करे, तद भी इहनूं मिल्की वे का चक्कर है किन्ने समय दे विच लगा पाऊगा? 25 करोड़ साल च। 25 करोड़ साल लग जाएंगे इहनूं। ठीक है, समझ गए? इन्नी स्पीड नाल जांदे होए भी 25 करोड़ साल लग जाण, तां देखो तुसीं अंदाजा लाओ कि मिल्की वे है कितनी बड़ी। ये सिर्फ एक गैलेक्सी है ते बाकी 100 अरब गैलेक्सियां ने, 100 अरब गैलेक्सियां। तां हुण अंदाजा ला लो तुसीं खुद ही भी यूनीवर्स किड्डा बड़ा है, कितना बड़ा यूनीवर्स है ना, कितनी जगह है। ठीक है, समझ आ गया? तां 250 ते सूरज का सब तो नेड़ला तारा किहड़ा है? प्रॉक्सिमा सेंचुरी। ठीक है, प्रॉक्सिमा सेंचुरी। अगर असी प्रॉक्सिमा सेंचुरी ते जाना है
ਤਾਂ ਅਸੀਂ 3 ਲੱਖ ਹੋ ਗਿਆ ਨਾ, 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ, ਹਰ ਇੱਕ ਸੈਕਿੰਡ ਦੇ ਵਿੱਚ ਕਿੰਨਾ 3 ਲੱਖ ਕਿਲੋਮੀਟਰ, ਠੀਕ ਹੈ 3 ਲੱਖ ਕਿਲੋਮੀਟਰ ਤੈਅ ਕਰਾਂਗੇ, ਤਦ ਵੀ ਅਸੀਂ ਕਦੋਂ ਪਹੁੰਚਾਂਗੇ 4 ਸਾਲ ਲੱਗ ਜਾਣਗੇ ਸਾਨੂੰ, ਠੀਕ ਹੈ ਤਦ ਵੀ ਅਸੀਂ 4 ਸਾਲਾਂ ਦੇ ਵਿੱਚ ਅਸੀਂ ਪਹੁੰਚਾਂਗੇ ਪ੍ਰੋਕਸੀਮਾ ਸੈਂਚੁਰੀ ਤੇ, ਠੀਕ ਹੈ ਤਾਂ ਸਮਝ ਆ ਗਿਆ। ਤਾਂ ਸਾਡਾ ਸਭ ਤੋਂ ਨੇੜਲਾ ਤਾਰਾ ਸੂਰਜ, ਸੂਰਜ ਦਾ ਸਭ ਤੋਂ ਨੇੜਲਾ ਤਾਰਾ ਪ੍ਰੋਕਸੀਮਾ ਸੈਂਚੁਰੀ, ਠੀਕ ਹੈ ਸਾਡਾ ਸਭ ਤੋਂ ਪਹਿਲੇ ਨੰਬਰ ਤੇ ਨੇੜਲਾ ਸੂਰਜ, ਦੂਸਰੇ ਨੰਬਰ ਤੇ ਪ੍ਰੋਕਸੀਮਾ ਸੈਂਚੁਰੀ। ਬਾਰ-ਬਾਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਸਾਡਾ ਸਭ ਤੋਂ ਨੇੜਲਾ ਤੇ ਸੂਰਜ ਦਾ ਸਭ ਤੋਂ ਨੇੜਲਾ, ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਮੈਂ ਇਸੇ ਕਰਕੇ ਬਾਰ-ਬਾਰ ਦੱਸ ਰਹੀ ਹਾਂ, ਠੀਕ ਹੈ ਤਾਂ ਸਾਡਾ ਸਭ ਤੋਂ ਨੇੜਲਾ ਸੂਰਜ, ਸੂਰਜ ਤੋਂ ਸਭ ਤੋਂ ਨੇੜਲਾ ਪ੍ਰੋਕਸੀਮਾ ਸੈਂਚੁਰੀ। 4 ਸਾਲਾਂ ਦੇ ਵਿੱਚ ਪਹੁੰਚਾਂਗੇ ਅਸੀਂ, ਅਗਰ 1 ਸੈਕਿੰਡ ਦੇ ਵਿੱਚ ਕਿੰਨਾ ਤੈਅ ਕਰ ਰਹੇ ਹਾਂ 3 ਲੱਖ ਕਿਲੋਮੀਟਰ, ਠੀਕ ਹੈ ਕਲੀਅਰ ਹੈ, ਸਮਝ ਆ ਗਿਆ ਜੀ। ਚਲੋ ਤਾਂ ਹੁਣ ਸੂਰਜ ਜਿਹੜਾ ਹੈ ਸਾਡੀ ਗਲੈਕਸੀ ਕਿਹੜੀ ਹੈ ਮਿਲਕੀ ਵੇ, ਮਿਲਕੀ ਵੇ ਦੀ ਪੜੋਸਣ ਐਂਡਰੋਮੇਡਾ, ਕਿਹੜੀ ਹੈ ਐਂਡਰੋਮੇਡਾ ਯਾਨੀ ਕਿ ਦੇਵयानी, देवयानी ਦੀ ਪੜੋਸਣ NGCM 33, ਠੀਕ ਹੈ NGCM 33। ਤਾਂ 3 ਗਲੈਕਸੀਆਂ ਦੇ ਸਮੂਹ ਨੂੰ ਅਸੀਂ ਕੀ ਬੋਲਦੇ ਹਾਂ ਸੁਪਰ ਕਲਸਟਰ, ਕੀ ਬੋਲਦੇ ਹਾਂ ਸੁਪਰ ਕਲਸਟਰ। ਤਾਂ ਹੁਣ ਏਦਾਂ ਦੇ ਬਹੁਤ ਸਾਰੇ ਕੀ ਨੇ ਸੁਪਰ ਕਲਸਟਰ ਹੋਣਗੇ, ਠੀਕ ਹੈ ਤਾਂ 3 ਗਲੈਕਸੀਆਂ ਦੇ ਸਮੂਹ ਨੂੰ ਕੀ ਬੋਲਾਂਗੇ ਸੁਪਰ ਕਲਸਟਰ। ਔਰ ਹਰੇਕ ਗਲੈਕਸੀ ਵਿੱਚ ਕਿੰਨੇ ਤਾਰੇ 100 ਅਰਬ ਤਾਰੇ, ਕਿੰਨੀਆਂ ਗਲੈਕਸੀਆਂ ਨੇ 100 ਅਰਬ ਗਲੈਕਸੀਆਂ ਨੇ, ਤਾਂ ਕੁੱਲ ਕਿੰਨੇ ਤਾਰੇ ਹੋ ਗਏ 100 ਅਰਬ ਗੁਣਾ 100 ਅਰਬ ਤਾਰੇ ਹੋ ਗਏ ਸਾਡੇ ਕੋਲ, ਠੀਕ ਹੈ ਤਾਂ ਤਾਰਿਆਂ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈ, ਕਲੀਅਰ ਹੈ। ਤਾਂ ਮਿਲਕੀ ਵੇ ਦੇ ਬਾਰੇ ਸਮਝ ਆ ਗਿਆ, ਠੀਕ ਹੈ ਹੁਣ ਅੱਗੇ ਦੇਖ ਲੈਂਦੇ ਹਾਂ ठीक है आ की है साडे कोल मिल्की वे, ठीक है की है साडे कोल मिल्की वे। इत्थे किते ना किते साडा की है सूरज भाई साहब बैठे ने है ना, बैठे कि नहीं सूरज साडा अपना सन बैठा है इत्थे, ठीक है क्लीयर है। हुण एक चीज समझना तारे, तारे जदों नवे नवे हुंदे ने, जदों तारे नवे नवे हुंदे ने ਉਹ ਹਮੇਸ਼ਾ ਕਿੱਥੇ ਹੁੰਦੇ ਨੇ ਕਿਨਾਰਿਆਂ ਤੇ ਹੁੰਦੇ ਨੇ, ਕਿੱਥੇ ਹੁੰਦੇ ਨੇ ਉਹਦੀਆਂ ਭੁਜਾਵਾਂ ਤੇ, ਠੀਕ ਹੈ ਕਿੱਥੇ ਮਿਲਣਗੇ ਉਹ ਸਾਨੂੰ ਕਿਨਾਰਿਆਂ ਤੇ ਮਿਲਣਗੇ, ਕਿਹੜੇ ਨਵੇਂ ਨਵੇਂ, ਤਾਂ ਨਵੇਂ ਤਾਰੇ ਸਾਨੂੰ ਕਿੱਥੇ ਮਿਲਦੇ ਨੇ ਉਹਦੀਆਂ ਭੁਜਾਵਾਂ ਤੇ, ਠੀਕ ਹੈ ਕਿੱਥੇ ਮਿਲਦੇ ਨੇ ਭੁਜਾਵਾਂ ਤੇ ਜਾਂ ਕਿਨਾਰਿਆਂ ਤੇ। ਆਪਣੀ ਭਾਸ਼ਾ ਦੇ ਵਿੱਚ ਸਮਝਣਾ, ਪੇਪਰ ਦੇ ਵਿੱਚ ਸਵਾਲ ਬਣਾ ਸਕਦੇ ਹੋ, ਠੀਕ ਹੈ ਤਾਂ ਗੈਲੈਕਸੀ ਦੇ ਕਿਨਾਰਿਆਂ ਤੇ ਸਾਨੂੰ ਕਿਹੜੇ ਤਾਰੇ ਮਿਲਣਗੇ ਨਵੇਂ ਨਵੇਂ, ਜਿਹੜੇ ਕਿ ਨਵੇਂ ਨਵੇਂ ਬਣੇ ਨੇ, ਠੀਕ ਹੈ ਹੁਣ ਸੂਰਜ ਵੀ ਕਿੱਥੇ ਹੈ ਕਿਨਾਰੇ ਤੇ ਹੈ ਨਾ ਭੁਜਾ ਤੇ, ਤਾਂ ਸੂਰਜ ਵੀ ਕੀ ਹੈ ਨਵਾਂ ਤਾਰਾ ਹੈ, ਸੂਰਜ ਵੀ ਕਿੰਨਾ ਹੈ ਨਵਾਂ ਤਾਰਾ ਹੈ। ਸੂਰਜ ਦੀ ਉਮਰ ਜਿਹੜੀ ਹੈ ਉਹ ਕਿੰਨੀ ਉਮਰ ਦੱਸੀ ਗਈ ਹੈ, ਸੂਰਜ ਦੀ ਉਮਰ ਕਿੰਨੀ ਹੈ, ਕਿੰਨਾ ਅੰਦਾਜ਼ਾ ਲਾਇਆ ਗਿਆ 10 ਅਰਬ ਸਾਲ, ਕਿੰਨੀ ਹੈ 10 ਅਰਬ ਸਾਲ ਹੈ ਨਾ, देख लेंगे आप सारा इनू साड़ी दा 50 टप जे बहुत है ना। तो सूरज की उम्र कितनी दसी गई है 10 अरब साल, ये 5 अरब साल भोग चुकिया, 5 अरब साल वो रह गए, ठीक है तो सूरज की है नवा नवा तारा, क्यों क्योंकि ये भुजा के उपर किनारियां ते चक्कर लगा रहा है, ठीक है तो ਜਿਹੜੇ नवे तारे होणगे वो हमेशा की ने किनारियां ते है ना, ते ਜਿਹੜੇ थोड़ा जिहा ईंधन जिन्हां दा खत्म हो जू वो कित्थे मिलणगे सानू विचाले, कित्थे मिलणगे वो सानू विचाले विचाले है ना, यानी है कित्थे मिलणगे वो सानू विचाले विचाले, ठीक है कित्थे मिलणगे विचाले, किहड़े जिहड़े साडे की ने थोड़ा जा थोड़े जे पुराने है ना हो जाएंगे या जिन्हां दा ईंधन घट जाएगा, कित्थे मिलणगे वो विचकार, कित्थे मिल जाएंगे विचकार थोड़े पुराने, ठीक है तो जेडे बिल्कुल ही बूढ़े हो जाएंगे बिल्कुल ही पुराने हो जाएंगे, ठीक है जिन्हां दी चमक बहुत ज़्यादा घट हो, जो कोई भी बुढ़ा हो जाता वो एनर्जी है जी ऊर्जा वो कोल की है हमेशा घट जाती है ना। देखो जो काम तुसीं जवानी दे विच कर सकते हो जो बच्चे होंगे जिवें छोटा छोटा नया नया बच्चा पैदा है ना, तुसीं देखना 5-6-7 साल का बच्चा कितनी ज़्यादा शैतानी करता है ना, क्यों क्योंकि वो एनर्जी जी ऊर्जा का लैवल है वो की है बहुत ज़्यादा होंदा है, हालांकि उन्हें समझ नहीं होंदी इन्नी
ਪਰ ਉਹਦੇ 'ਚ ਊਰਜਾ ਜਿਹੜੀ ਹੈ ਪੂਰੀ ਕੀ ਹੈ ਉਸ ਸਮੇਂ ਬਹੁਤ ਜ਼ਿਆਦਾ ਹੁੰਦੀ ਹੈ ਨਾ। ਤਾਂ ਇਹਨੂੰ ਦੇਖੋ ਖੰਡਾਰ ਬੰਦਾ ਫਿਰੀ ਜਾਂਦਾ, ਥੱਕਦਾ ਨਹੀਂ, ਠੀਕ ਹੈ। ਤਾਂ ਇਸੇ ਤਰ੍ਹਾਂ ਕੀ ਹੈ ਜਦੋਂ ਹੌਲੀ ਹੌਲੀ ਪੁਰਾਣਾ ਹੋ ਜਾਂਦਾ ਹੈ ਨਾ, 20-30 ਸਾਲ ਦਾ, 40 ਸਾਲ ਦਾ, ਹੈ ਨਾ, ਪੁਰਾਣਾ ਹੋ ਜਾਂਦਾ ਤਾਂ ਉਹ ਕੀ ਹੈ ਫਿਰ ਉਹਦੇ 'ਚ ਜਿਹੜੀ ਊਰਜਾ ਹੈ ਉਹ ਥੋੜ੍ਹੀ ਜਿਹੀ ਘੱਟ ਜਾਂਦੀ ਹੈ। ਊਰਜਾ ਘੱਟ ਜਾਂਦੀ ਹੈ ਤਾਂ ਉਹ ਮੀਡੀਅਮ ਜਾਂ ਵਿਚਾਲੇ ਵਿਚਾਲੇ 'ਚ ਰਹਿੰਦਾ ਲਾਈਫ ਦਾ, ਨਾ ਤਾਂ ਬਹੁਤੀ ਊਰਜਾ ਵਾਲਾ, ਨਾ ਉਹ ਥੱਕਿਆ ਵੀ ਹਾਈ ਥੱਕ ਗਿਆ, ਹੈ ਨਾ, ਤਾਂ ਉਹ ਵਿਚਾਲੇ 'ਤੇ। ਜਦੋਂ ਉਮਰ 70-80 ਦੇ ਲਵੇ ਆ ਜਾਂਦੀ ਹੈ, ਬੁੱਢੇ ਹੋ ਜਾਂਦੇ ਆ, ਹੈ ਨਾ, ਤਾਂ ਤੁਸੀਂ ਦੇਖਣਾ ਊਰਜਾ ਦਾ ਜਿਹੜਾ ਲੈਵਲ ਹੈ ਉਹ ਕੀ ਹੈ ਬਿਲਕੁਲ ਘੱਟ ਜਾਂਦਾ ਔਰ ਸ਼ਾਂਤ ਹੋ ਕੇ ਉਹ ਬੈਠ ਜਾਂਦੇ ਨੇ, ਹੈ ਨਾ, ਜ਼ਿਆਦਾ ਐਕਟਿਵ ਨਹੀਂ ਰਹਿੰਦੇ। ਤਾਂ ਸੇਮ ਇੱਥੇ ਹੀ ਜਿਹੜੇ ਬੁੱਢੇ ਹੋ ਜਾਂਦੇ ਆ ਉਹ ਕਿੱਥੇ ਘੁੰਮਦੇ ਆ, ਇਹਦੇ ਸੈਂਟਰ ਦੇ ਵਿੱਚ। ਕਿੱਥੇ ਘੁੰਮਦੇ ਨੇ ਉਹ? ਸੈਂਟਰ ਦੇ ਵਿੱਚ, ਠੀਕ ਹੈ। ਆਪਾਂ ਕਾਲਾ ਕਰ ਲੈਂਦੇ ਹਾਂ। ਕਿੱਥੇ ਘੁੰਮਦੇ ਨੇ ਉਹ? ਸੈਂਟਰ ਦੇ ਵਿੱਚ। ਆਪਾਂ ਕਹਿ ਸਕਦੇ ਹਾਂ ਪੁਰਾਣੇ ਤਾਰੇ, ਬਹੁਤ ਪੁਰਾਣੇ ਤਾਰੇ ਨੇ ਜਿਹੜੇ ਉਹ ਕਿੱਥੇ ਹੋ ਜਾਂਦੇ ਨੇ? ਸੈਂਟਰ ਦੇ ਵਿੱਚ। ਤਾਂ ਬਹੁਤ ਪੁਰਾਣੇ ਤਾਰੇ, ਬਹੁਤ ਪੁਰਾਣੇ ਤਾਰੇ ਕਿੱਥੇ ਚਲੇ ਜਾਂਦੇ ਆ? ਸੈਂਟਰ ਦੇ ਵਿੱਚ। ਸੈਂਟਰ ਨੂੰ ਕੀ ਬੋਲਦੇ ਨੇ? ਕੇਂਦਰ, ਠੀਕ ਹੈ। ਸਰਕਲ ਦਾ ਕੇਂਦਰ ਬਣਾਉਂਦੇ ਨਾ, ਤਾਂ ਜਿਹੜੇ ਬਹੁਤ ਜ਼ਿਆਦਾ ਪੁਰਾਣੇ ਹੋ ਜਾਂਦੇ ਉਹ ਕਿੱਥੇ ਘੁੰਮਦੇ ਨੇ? ਕਿੱਥੇ ਵੜ ਜਾਂਦੇ ਨੇ? ਸੈਂਟਰ ਦੇ ਵਿੱਚ, ਕੇਂਦਰ ਦੇ ਉੱਪਰ, ਠੀਕ ਹੈ। ਮਰ ਚੁੱਕੇ ਤਾਰੇ ਵੀ ਕੇਂਦਰ ਦੇ ਵਿੱਚ, ਜਿਨ੍ਹਾਂ ਦੀ ਚਮਕ ਬੰਦ ਹੋ ਜਾਵੇ ਕੇਂਦਰ ਦੇ ਵਿੱਚ, ਠੀਕ ਹੈ। ਤਾਂ ਯਾਨੀ ਕਿ ਜਿਹੜੇ ਨਵੇਂ ਨੇ ਉਹ ਭੁਜਾਵਾਂ ਦੇ ਉੱਪਰ, ਤੇ ਜਿਹੜੇ ਥੋੜੇ ਜਿਹਾ ਇੰਧਨ ਘਟ ਗਿਆ ਉਹ ਵਿਚਾਲੇ, ਤੇ ਜਿਹੜੇ ਬਿਲਕੁਲ ਹੀ ਮਰ ਗਏ ਜਾਂ ਕਾਲੇ ਦਿਖਦੇ ਨੇ ਜਾਂ ਬਲੈਕ ਹੋਲ ਬਣ ਜਾਂਦੇ ਨੇ ਉਹ ਸਾਰੇ ਕਿੱਥੇ ਮਿਲਣਗੇ ਸਾਨੂੰ? ਕੇਂਦਰ ਦੇ ਵਿੱਚ, ਯਾਨੀ ਕਿ ਸੈਂਟਰ ਦੇ ਵਿੱਚ, ਠੀਕ ਹੈ। ਇਹਨਾਂ ਚੋਂ ਇੱਕ ਸਵਾਲ ਜ਼ਰੂਰ ਆ ਜਾਂਦਾ ਕਦੇ ਕਦੇ ਪੇਪਰ ਦੇ ਵਿੱਚ ਕਿ ਨਵੇਂ ਤਾਰੇ ਕਿੱਥੇ ਮਿਲਦੇ ਨੇ, ਪੁਰਾਣੇ ਕਿੱਥੇ ਨੇ, ਮਰ ਚੁੱਕੇ ਕਿੱਥੇ ਨੇ, ਬਲੈਕ ਹੋਲ ਕਿੱਥੇ ਮਿਲਦਾ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖ ਲੈਣਾ, ਬਲੈਕ ਹੋਲ, ਮਰੇ ਹੋਏ, ਪੁਰਾਣੇ, ਬਜ਼ੁਰਗ, ਇਹ ਸਾਰੇ ਕਿੱਥੇ ਮਿਲਣਗੇ? ਕੇਂਦਰ ਦੇ ਵਿੱਚ। ਕਿੱਥੇ ਮਿਲਦੇ ਨੇ? ਕੇਂਦਰ ਦੇ ਵਿੱਚ। ਕਲੀਅਰ ਹੈ? ਤਾਂ ਤਾਰਿਆਂ ਦਾ ਪਤਾ ਲੱਗ ਗਿਆ ਸਥਿਤੀ ਕਿੱਥੇ ਕਿੱਥੇ ਮਿਲਦੀ ਹੈ, ਠੀਕ ਹੈ। ਨਵੇਂ ਭੁਜਾਵਾਂ ਤੇ ਥੋੜੇ ਘੱਟ ਵਿਚਕਾਰ, ਤੇ ਜਿਹੜੇ ਮਰ ਜਾਂਦੇ ਨੇ ਜਾਂ ਚਮਕਣਾ ਬੰਦ ਹੋ ਜਾਂਦੇ ਨੇ, ਬਿਰਧ ਹੋ ਜਾਂਦੇ ਨੇ, ਉਹ ਕਿੱਥੇ ਨੇ? ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ ਉਹ ਮਿਲਦੇ ਨੇ। ਕਲੀਅਰ ਹੈ? ਕੋਈ ਦਿੱਕਤ ਪਰੇਸ਼ਾਨੀ? ਓਕੇ ਰਿਪੋर्ट। चलिए फिर अगे, चलो अगे देख लें हम आप गलैक्सियां के बारे च।